ਸਲੋਕ ਦਸ ਦਿਸ ਖੋਜਿਤ ਮੈਂ ਫਿਰਿਓ ਜਤ ਦੇਖਾਂ ਤਤ ਸੋਏ। ਹੁਣ ਜਗਿਆਸੂ ਬੇਨਤੀ ਕਰਦਾ ਹੈ, हे ਸਤਿਗੁਰੂ, हे ਵਾਹਿਗੁਰੂ, ਸੰਤ ਮਹਾਤਮਾ ਨੂੰ ਬੇਨਤੀ ਕਰਦਾ, ਮਹਾਂਪੁਰਸ਼ੋ, ਮੈਂ ਦਸੋ ਦਿਸ਼ਾ ਵਿੱਚ ਖੋਜਦਾ ਫਿਰਿਆ ਕਿ ਮਨ ਵਸੀਕਾਰ ਹੋ ਗਿਆ ਹੋਵੇਗਾ, ਪਰ ਜਿਸ ਤਰ੍ਹਾਂ ਦੇਖਦਾ ਉਧਰ ਹੀ ਮਨ ਦਾ ਸੁਭਾਵ ਕੁਟਲ ਹੈ। ਆਪ ਦੱਸੋ ਮਨ ਕਿਸ ਤਰ੍ਹਾਂ ਵਸੀਕਾਰ ਹੋਵੇ। ਮੈਂ ਜਾਣਿਓ ਮਨ ਮਰ ਗਇਓ, ਅਜ ਹੂੰ ਤਾਂ ਮੋਇਓ ਨਾਹੇ, ਵਰਖਾ ਪਈ ਕੁਸੰਗ ਕੀ ਦਾਦਰ ਜਿਉ ਨਿਪ ਜਾਏ। ਸੋ ਇਹ ਸੰਤ ਰਤਨਮਾਲਾ 'ਚ 198 ਅੰਕ ਤੇ ਇੱਕ ਬਚਨ ਆਉਂਦਾ ਕਿ ਇੱਕ ਮਹਾਂਪੁਰਖਾਂ ਨੇ ਇੱਕ ਡੱਡੂ ਸੀ ਛੋਟਾ ਜਿਹਾ ਮਰਿਆ ਹੋਇਆ ਕਰੰਗ ਜਿਹਾ, ਉਹ ਪੀ ਕੇ ਰੱਖ ਲਿਆ ਪੂੜੀ 'ਚ ਪਾ ਕੇ ਆਪਦੇ ਆਸਣ ਦੇ ਥੱਲੇ। ਕਹਿੰਦੇ ਦੇਖੀਏ, ਕਹਿੰਦੇ ਲੋਕ ਵੀ ਬਰਸਾਤਾਂ ਹੁੰਦੀਆਂ 'ਚ ਫਿਰ ਡੱਡੂ ਜੇ ਮਰੇ ਹੋਏ ਵੀ ਜਿਉਂਦੇ ਹੋ ਜਾਂਦੇ ਨੇ। ਉਹ ਵਾਕਈ ਉਹ ਹੋਇਆ। ਜਦੋਂ ਬਰਸਾਤਾਂ ਦੇ ਦਿਨ ਆਏ, ਮਹਾਂਪੁਰਖਾਂ ਦੇ ਆਸਣ ਥੱਲੋਂ ਨਿੱਕੀਆਂ ਨਿੱਕੀਆਂ ਡੱਡੀਆਂ ਨਿਕਲ ਕੇ ਭੱਜਣ ਲੱਗੀਆਂ। ਕਹਿੰਦੇ ਮਨ ਵੀ ਇਹੋ ਜਿਹੀ ਹੈ। ਮੈਂ ਜਾਣਿਓ ਮਨ ਮਰ ਗਇਓ। ਕਹਿੰਦੇ ਮੈਂ ਸੋਚਿਆ ਮਨ ਮਰ ਗਿਆ, ਮਨ ਐਨ ਕਈ ਵਾਰ ਤਾਂ ਐਂ ਲੱਗਦਾ ਮਨ ਬਿਲਕੁਲ ਟਿਕ ਗਿਆ ਹੁਣ ਮੇਰਾ। ਕਹਿੰਦੇ ਅੱਜ ਹੂੰ ਤਾਂ ਮੋਇਓ ਨਾ ਹੈ, ਹਲੇ ਤਾਂ ਮਰਿਆ ਨਹੀਂ। ਕਹਿੰਦਾ ਕਿਉਂ? ਕਹਿੰਦੇ ਉਦੋਂ ਪਤਾ ਲੱਗਿਆ ਵਰਖਾ ਭਾਈ ਕੁਸੰਗ ਕੀ, ਜਦੋਂ ਕੁਸੰਗੀ ਬੰਦੇ ਆ ਕੇ ਬਹਿ ਗਏ। ਕਹਿੰਦੇ ਦਾਦਰ ਜਿਉਂ ਨਿਪ ਜਾਏ, ਕਹਿੰਦੇ ਡੱਡੂ ਵਾਂਗੂ ਇਹ ਵੀ ਛਾਲਾਂ ਮਾਰਨ ਲੱਗ ਗਿਆ। ਪਹਿਲਾਂ ਲੱਗਿਆ ਵੀ ਵਾਹਵਾ ਟਿਕ ਗਿਆ ਮਨ। ਕਹਿੰਦੇ ਜਦੋਂ ਮਾੜੇ ਬੰਦਿਆਂ ਦੀ ਸੰਗਤ ਹੋਈ ਉਦੋਂ ਪਤਾ ਲੱਗਿਆ ਵੀ ਇਹ ਤਾਂ ਚੁੱਪ ਕਰਕੇ ਘੇਸਲ ਵੱਟ ਕੇ ਬੈਠਾ ਸੀ, ਇਹ ਤਾਂ ਬੜਾ ਮਚਲਾ ਹੋ ਕੇ ਬਹਿ ਜਾਂਦਾ ਕਈ ਵਾਰ ਮਨ। ਮੈਂ ਤਾਂ ਜੀ ਟਿਕ ਗਿਆ। ਬੰਦਾ ਵੀ ਵੇਸਲਾ ਹੋ ਜਾਂਦਾ ਵੀ ਚਲੋ ਹੁਣ ਪਾਠ ਵੀ ਘਟਾਤਾ, ਹੁਣ ਉਧਰੋਂ ਵੀ ਧਿਆਨ ਹਟਾ ਤਾ, ਲਓ ਜੀ ਹੁਣ ਤਾਂ ਮਨ ਟਿਕ ਗਿਆ। ਪਰ ਜਿਉਂ ਹੀ ਕਿਤੇ ਵਿਆਹ ਸ਼ਾਦੀ 'ਚ ਗਿਆ, ਦੇਖਿਆ ਖਾਣ ਪੀਣ ਵਾਲੀ ਚੀਜ਼ਾਂ ਪਈਆਂ, ਗਾਉਣ ਪਾਣੀ, ਉੱਥੇ ਹੀ ਨੱਚਣ ਲੱਗ ਜਾਂਦਾ, ਉੱਥੇ ਹੀ ਖਾਣ ਪੀਣ ਲੱਗ ਜਾਂਦਾ, ਉਹ ਸਾਰੀ ਰਹਿਤ ਬਹਿਤ ਤੋੜ ਦਿੰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਇਹ ਕੀ ਕਿਵੇਂ ਵਸ 'ਚ ਆਵੇ ਜੀ। ਫਿਰ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਸਤਿਗੁਰੂ ਕਥਨ ਕਰਦੇ ਜੇ ਪੂਰਨ ਪ੍ਰਮਾਤਮਾ ਤੇ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋਵੇ ਤਾਂ ਹੀ ਮਨ ਵਸੀਕਾਰ ਆਉਂਦਾ। ਜੇ ਪੂਰਨ ਕਿਰਪਾ ਹੋਏ ਅਕਾਲ ਪੁਰਖ ਦੀ, ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਘਨੇਰੀ। ਸੋ ਮਹਾਰਾਜ ਜੀ ਅੱਗੇ ਹੁਣ ਸ਼ਲੋਕ ਤੋਂ ਬਾਅਦ ਇਸੇ ਸ਼ਲੋਕ ਦੀ ਫਿਰ ਵਿਆਖਿਆ ਪੌੜੀ ਦੇ ਰਾਹੀਂ ਕਰਕੇ ਦੱਸਦੇ ਨੇ। ਪੌੜੀ ਦਸਵੀਂ 10 ਦੁਆਰ ਬਸ ਕੀਨੇ, ਮਨ ਸੰਤੋਖ ਨਾਮ ਜਪ ਲੀਨੇ। ਹੁਣ 10ਵੀਂ ਥਿਤ ਦੁਆਰਾ ਕਥਨ ਕਰਦੇ ਨੇ, ਜਿਹਨੇ 9 ਦੁਆਰਿਆਂ ਵਿੱਚ 10 ਇੰਦਰੀਏ ਵਸੀਕਾਰ ਕੀਤੇ ਨੇ ਅਤੇ ਵਾਹਿਗੁਰੂ ਦੇ ਨਾਮ ਜਪ ਲੀਤੇ ਨੇ, ਉਹਨਾਂ ਦੇ ਮਨ ਵਿੱਚ ਸੰਤੋਖ ਹੋਇਆ ਕਰਦਾ। ਕਿਵੇਂ? 9 ਤਾਂ ਦੁਆਰੇ ਨੇ ਆਪਣੇ, ਜੇ ਪਿੱਛੇ ਗਿਣ ਕੇ ਆਏ ਆ, 2 ਅੱਖਾਂ, 2 ਨੱਕ, 2 ਕੰਨ ਆਦਿਕ, ਤੇ 10 ਇੰਦਰੀਏ ਨੇ। ਇਸ ਪ੍ਰਕਾਰ ਕਿਉਂਕਿ ਕਈ ਵਾਰ ਇੱਕ ਇੰਦਰੀਆ 2-2 ਕਰਮ ਕਰਦਾ ਹੈ। ਜ਼ੁਬਾਨ ਬੋਲਦੀ ਵੀ ਹੈ ਤੇ ਨਾਲ ਜ਼ੁਬਾਨ ਜਿਹੜੀ ਆ ਖਾਣ ਦਾ ਕੰਮ ਵੀ ਕਰਦੀ ਹੈ, ਰਸ ਵੀ ਦੱਸਦੀ ਹੈ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਵਸੀਕਾਰ ਕਿਵੇਂ ਕਰਨੇ 9 ਇੰਦਰੀਏ, ਇਹਨਾਂ ਨੂੰ ਕਿਵੇਂ ਕਰੀਏ ਜੀ ਵਸੀਕਾਰ। ਕਰਨੀ ਸੁਣੀਐ ਜਸ ਗੋਪਾਲ, ਨੈਣੀ ਪੇਖਤ ਸਾਧ ਦਇਆਲ। ਕਹਿੰਦੇ ਕਰਨੀ ਦਾ ਮਤਲਬ ਇੱਥੇ ਕੰਨਾਂ ਦੁਆਰਾ ਵਾਹਿਗੁਰੂ ਦੇ ਜਸ ਨੂੰ ਸੁਣਨਾ ਕਰੋ। ਅੱਖਾਂ ਨਾਲ ਦਿਆਲੂ ਦੇ ਸੰਤਾਂ ਦੇ ਦਰਸ਼ਨ ਦੇਖਣਾ ਕਰੋ, ਸੰਤਾਂ ਦੇ ਦਰਸ਼ਨ ਕਰੋ। ਅੱਗ ਜਿਹੜੀ ਅੱਗ ਦੇ ਵਿੱਚ ਹੱਥ ਪਾ ਕੇ ਝੱਟ ਕੱਢ ਲਿਆ ਜਾਂਦਾ, ਸੜਦਾ ਨਹੀਂ। ਪਰ ਜਿਹੜਾ ਅੱਗ ਵਿੱਚ ਲਾਲ ਹੋਇਆ ਲੋਹਾ ਹੈ, ਜੇ ਕਿਤੇ ਉਹਨੂੰ 1 ਸੈਕਿੰਡ ਲਈ ਵੀ ਹੱਥ ਲਾ ਦਈਏ ਉਹ ਹੱਥ ਸਾੜ ਦਿੰਦਾ। ਇਸੇ ਪ੍ਰਕਾਰ ਸੰਤ ਮਹਾਤਮਾ ਦੀ ਜਿਹੜੀ ਕਮਾਈ ਹੁੰਦੀ ਹੈ ਲਾਲ ਲੋਹੇ ਵਾਂਗੂ ਹੁੰਦੀ ਹੈ। ਉਹ ਤਤਕਾਲ ਹੀ ਫਲ ਦੇਣ ਨੂੰ ਤਤਪਰ ਹੁੰਦੇ ਨੇ। ਜਿਉਂ ਉਹਨਾਂ ਨੇ ਦਰਸ਼ਨ ਕੀਤੇ ਤਾਂ ਫਲ, ਜਿਉਂ ਉਹਨਾਂ ਨੇ ਬਚਨ ਕਰਤਾ ਤਾਂ ਫਲ। ਇਸੇ ਪ੍ਰਕਾਰ ਕਹਿੰਦੇ ਨੇ ਮਹਾਤਮਾ ਕੋਲ ਜਾਓ, ਕਮਾਈ ਕੀਤੀ ਵਾਲੇ ਮਹਾਤਮਾ ਦੇ ਕੋਲ ਬਹਿ ਜਾਓ, ਦਰਸ਼ਨ ਕਰ ਲਓ ਉਹਨਾਂ ਦੇ, ਤੇ ਉਹਨਾਂ ਦੇ ਕੋਲ ਬਹਿ ਕੇ ਜਸ ਸੁਣੋ। ਕਿਉਂਕਿ ਉਹਨਾਂ ਦੇ ਇੱਕ ਵਾਰ ਕਿਹਾ ਹੋਇਆ ਵਾਹਿਗੁਰੂ ਅਸੀਂ ਕਰੋੜਾਂ ਵਾਰ ਵੀ ਕਹਿ ਲਈਏ ਤਾਂ ਉਹਨਾਂ ਦੇ ਇੱਕ ਵਾਰ ਦੇ ਕਹੇ ਬਰਾਬਰ ਨਹੀਂ ਜਾ ਸਕਦੇ। ਕਹਿੰਦੇ ਉਹ ਇੱਕੋ ਵਾਰ ਵਾਹਿਗੁਰੂ ਕਹਿ ਕੇ ਜੀਵ ਦਾ ਕਲਿਆਣ ਕਰਦੇ। ਜਿਵੇਂ ਭਗਤ ਕਬੀਰ ਜੀ ਕਿਤੇ ਕੰਮ ਗਏ ਹੋਏ ਸਨ, ਪਿੱਛੋਂ ਲੋਈ ਮਾਈ ਕੋਲੇ ਕੋਈ ਬੰਦਾ ਆਇਆ, ਕਹਿੰਦਾ ਨਾਮਦਾਨ ਬਖਸ਼ੋ। ਲੋਈ ਨੇ ਰਾਮ 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 3 ਵਾਰੀ ਕਹਾ ਤਾ, ਬੰਦਾ ਚਲਿਆ ਗਿਆ। ਹੁਣ ਭਗਤ ਕਬੀਰ ਜੀ ਕਹਿਣ ਲੱਗੇ ਪਿੱਛੋਂ ਕੋਈ ਆਇਆ ਸੀ? ਕਹਿੰਦੇ ਹਾਂ ਇੱਕ ਬੰਦਾ ਆਇਆ ਸੀ, ਉਹਨੂੰ ਰਾਮ ਨਾਮ ਦਿੱਤਾ। ਕਹਿੰਦੇ ਕਿੰਨੀ ਵਾਰ ਕਹਾਇਆ? ਕਹਿੰਦੇ 3 ਵਾਰੀ। ਕਬੀਰ ਜੀ ਤਾਂ ਨਾਰਾਜ਼ ਹੋ ਕੇ ਪਰੇ ਨੂੰ ਮੂੰਹ ਕਰਕੇ ਬਹਿ ਗਏ। ਜਿੱਧਰ ਉਧਰ ਨੂੰ ਲੋਈ ਮੂੰਹ ਕਰੇ, ਫਿਰ ਕਬੀਰ ਜੀ ਪਰੇ ਨੂੰ ਮੁੱਖ ਕਰ ਲੈਣ। ਫਿਰ ਸ਼ਬਦ ਉਚਾਰਨ ਕੀਤਾ, ਹਾਂ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਕੀ ਗਲਤੀ ਹੋ ਗਈ? ਕਹਿੰਦੇ ਇੰਨਾ ਸਸਤਾ ਲਾਇਆ ਰਾਮ ਦਾ ਨਾਮ,
ਅਸੀਂ ਇੱਕ ਵਾਰੀ ਰਾਮ ਕਹਾ ਕੇ ਬੰਦੇ ਨੂੰ ਤਾਰ ਦਿੰਦੇ ਆ, ਤੂੰ 3 ਵਾਰੀ ਕਹਾਇਆ। ਬਹੁਤ ਮਾੜੀ ਗੱਲ ਹੈ, ਰਾਮ ਨਾਮ ਦੀ ਕਦਰ ਨਹੀਂ ਕੀਤੀ ਤੂੰ। ਲੋਈ ਕਹਿੰਦੀ ਦੇਖੋ ਸਵਾਮੀ ਜੀ, ਬਚਨ ਇਹ ਹੈ ਵੀ ਇੱਕ ਉਹਦਾ ਪਿਛਲੇ ਗੁਨਾਹ ਕੱਟੇ, ਇੱਕ ਰਾਮ ਕਹਿ ਕੇ, ਇੱਕ ਵਾਰੀ ਰਾਮ ਕਹਿ ਕੇ ਇਸ ਜਨਮ ਦੇ ਗੁਨਾਹ ਕੱਟੇ, ਇੱਕ ਵਾਰੀ ਉਹਨੂੰ ਰਾਮ ਨਾਮ ਦਿੱਤਾ। ਦੱਸੋ ਮੈਂ ਕੀ ਮਾੜਾ ਕੀਤਾ ਇਹਦੇ 'ਚ? ਫਿਰ ਕਬੀਰ ਜੀ ਹੱਸ ਪਏ, ਕਹਿੰਦੇ ਸਿਆਣੀ ਹੈ। ਇਸ ਕਰਕੇ ਪਰਮਾਤਮਾ ਦਾ ਨਾਮ ਆਪਾਂ ਜਦੋਂ ਕਹਿੰਦੇ ਆ ਵਾਹਿਗੁਰੂ, ਆਪਾਂ ਕਿਉਂਕਿ ਮਨ ਬਾਣੀ ਸਰੀਰ ਦੀ ਇਕਾਗਰਤਾ ਕਰਕੇ ਨਹੀਂ ਕਹਿੰਦੇ। ਕਮਾਈ ਵਾਲੇ ਪੁਰਸ਼ ਤਾਂ ਇੱਕ ਵਾਰੀ ਵਾਹਿਗੁਰੂ ਕਹਿ ਦੇਣ ਮੁਰਦਾ ਜਿਉਂਦਾ ਕਰ ਦਿੰਦੇ ਨੇ, ਇੱਕ ਵਾਰੀ ਵਾਹਿਗੁਰੂ ਕਹਿ ਕੇ ਮਨ ਟਿਕਾ ਦਿੰਦੇ ਨੇ, ਇੱਕ ਵਾਹਿਗੁਰੂ ਕਹਿ ਕੇ ਇੱਕੋ ਵਾਰ ਹਿਰਦੇ 'ਚ ਨਾਮ ਵਸਾ ਦਿੰਦੇ ਨੇ। ਤੇ ਅਸੀਂ ਰੋਜ਼ ਕਿੰਨਾ ਕਹਿੰਦੇ। ਸਤਿਗੁਰੂ ਕਹਿੰਦੇ ਕਮਾਈ ਵਾਲੇ ਪੁਰਸ਼ਾਂ ਦਾ ਆਪਣਾ ਹੀ ਕਰਮ ਹੈ। ਨੈਣੀ ਪੇਖਤ ਸਾਧ ਦਿਆਲ, ਸਾਧੂ ਸੰਤਾਂ ਦੇ ਦਰਸ਼ਨ ਕਰੋ ਜਿਹੜੇ 101 ਜਾਪ ਸਾਹਿਬ ਦਾ ਪਾਠ ਕਰਦੇ। ਬਾਬਾ ਤੇਜਾ ਸਿੰਘ ਜੀ ਰਾੜਾ ਸਾਹਿਬ ਭੋਰਾ ਸਾਹਿਬ ਦੇ ਵਿੱਚ 101 ਜਾਪ ਸਾਹਿਬ, ਅਕਾਲ ਉਸਤਤ, ਕਦੇ ਕੋਈ ਬਾਣੀਆਂ। ਲੋਕੀ ਕਹਿੰਦੇ ਇੰਨਾ ਪਾਠ ਬਾਬਾ ਦੀਪ ਸਿੰਘ ਨੇ ਕੀਤਾ ਨਹੀਂ। ਉਹ ਅੱਜ ਦੇ ਸਮੇਂ 'ਚ ਮੈਂ ਦੱਸ ਦਿੰਦਾ ਕਿਹੜੇ ਕਿਹੜੇ ਸੰਤ ਨੇ। ਰਾੜਾ ਸਾਹਿਬ ਜਾ ਕੇ ਭੋਰਾ ਸਾਹਿਬ 'ਚ ਅੱਜ ਵੀ ਦੇਖ ਲਓ, ਬਾਬਾ ਤੇਜਾ ਸਿੰਘ ਜੀ ਉਹ ਪਾਠ ਕਰਦੇ ਜਿਹੜਾ ਲੋਕੀ ਨਿਤਨੇਮ 'ਚ ਛੱਡ ਹੀ ਜਾਂਦੇ ਨੇ। ਕਹਿੰਦੇ ਜਾਪ ਸਾਹਿਬ ਔਖਾ, ਇੱਕ ਪਾਠ ਨਹੀਂ ਲੋਕ ਕਰ ਸਕਦੇ। 101 ਜਾਪ ਸਾਹਿਬ ਹੁਣ ਵੀ ਕਰਦੇ ਨੇ, 1975 ਤੋਂ ਲੈ ਕੇ ਕਰਦੇ ਆ ਰਹੇ ਨੇ। ਤੇ ਇਸ ਕਰਕੇ ਜੇ ਦਰਸ਼ਨ ਕਰਨੇ ਹੁਣ ਗੁਰਮੁਖਾਂ ਪਿਆਰਿਆਂ ਦੇ, ਹੋਰ ਬੇਅੰਤ ਸੰਤ ਬੈਠੇ ਨੇ। ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਜੋ ਅੰਦਰ ਹੀ ਬੈਠੇ ਨੇ ਹਮੇਸ਼ਾ, ਦਾਸ ਨੂੰ ਵੀ ਉਹਨਾਂ ਨੇ ਬਹੁਤ ਨਵਾਜਿਆ ਔਰ ਹਰ ਵਕਤ ਉੱਥੇ ਕਥਾ ਸਿੰਘ ਸੁਣਦੇ ਨੇ ਔਰ ਹਰ ਵਕਤ ਉੱਥੇ ਨਿਤਨੇਮ ਜਿਹੜਾ ਦਾਸ ਵੱਲੋਂ ਮਹਾਰਾਜ ਨੇ ਭਰਾਇਆ ਉਹ ਸੁਣ ਕੇ ਸਿੰਘ ਬੜੇ ਖੁਸ਼ ਹੁੰਦੇ ਨੇ। ਇਸੇ ਪ੍ਰਕਾਰ ਸਾਰੇ ਹੀ ਅਸਥਾਨਾਂ ਤੇ ਜਿੰਨੇ ਵੀ ਟਕਸਾਲ ਦੇ ਸਥਾਨ ਨੇ ਉਹਨਾਂ ਸਾਰਿਆਂ ਨੇ ਮਾਨਤਾ ਦਿੱਤੀ ਔਰ ਵਡਿਆਈ ਦਿੱਤੀ ਹੈ ਕਿ ਭਾਈ ਇਹ ਪ੍ਰਚਾਰ ਸਿੱਖੀ ਦਾ ਹੋਰ ਚੜ੍ਹਦੀ ਕਲਾ ਵਿੱਚ ਕਰੋ। ਰਾੜਾ ਸਾਹਿਬ ਦੀ ਸੰਪਰਦਾ ਨੇ ਔਰ ਇਸੇ ਪ੍ਰਕਾਰ ਨੱਤਾਂ ਵਾਲੇ ਮਹਾਂਪੁਰਖਾਂ ਨੇ ਬਹੁਤ ਇਸ ਵੱਲ ਧਿਆਨ ਦਿੱਤਾ ਕਿ ਭਾਈ ਉਦਮ ਕਰਕੇ ਕਥਾ ਸੰਪੂਰਨ ਕਰੋ ਤਾਂ ਕਿ ਸਰਬੱਤ ਦਾ ਭਲਾ ਹੋਏ, ਦੁਨੀਆ ਅੰਦਰ ਸ਼ਾਂਤੀ ਟਿਕਾਓ ਬਣੇ, ਲੋਕਾਂ ਨੂੰ ਗਿਆਨ ਮਿਲੇ। ਬੇਅੰਤ ਸੰਤਾਂ ਮਹਾਤਮਾ ਨੇ ਕੀ ਕਹੀਏ ਆਸ਼ੀਰਵਾਦ ਦਿੱਤੇ ਨੇ। ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ, ਉਹਨਾਂ ਨੇ ਵੀ ਬਹੁਤ ਆਪਣੇ ਹਰ ਵਕਤ ਉਹਨਾਂ ਦੇ ਸਾਰਿਆਂ ਡੇਰਿਆਂ ਵਿੱਚ ਇਹ ਕਥਾ ਲੱਗੀ ਹੋਈ ਹੈ। ਆ ਪਿੱਛੇ ਜੇ ਹੁਣ ਜਦੋਂ ਦਾਸ ਪੰਜਾਬ ਸੀਗਾ ਉਦੋਂ 100 ਦੇ ਕਰੀਬ DVD ਪਲੇਅਰ ਮਹਾਂਪੁਰਖਾਂ ਦੇ ਸਥਾਨਾਂ ਤੇ ਲਾ ਕੇ ਆਏ ਆ ਔਰ ਥਾਂ ਥਾਂ ਦੇ ਉੱਤੇ ਗੁਰੂ ਘਰਾਂ ਵਿੱਚ ਪਿੰਡਾਂ ਦੇ ਵਿੱਚ ਲਾ ਕੇ ਆਏ ਆ। ਲੱਖਾਂ ਦੇ ਹਿਸਾਬ ਨਾਲ ਸੀੜੀਆਂ ਵੰਡ ਕੇ ਸੰਸਾਰ ਭਰ ਦੇ ਪੰਜਾਬ 'ਚ ਪ੍ਰਚਾਰ ਕੀਤਾ। ਤੇ ਇਸ ਤਰ੍ਹਾਂ ਜਿਹੜਾ ਸੰਤਾਂ ਮਹਾਤਮਾ ਦੀ ਜਿਹੜੀ ਸਾਨੂੰ ਦੇਣ ਮਿਲੀ ਹੋਈ ਹੈ, ਸੋ ਕਿੰਨਿਆਂ ਮਹਾਂਪੁਰਖਾਂ ਦੇ ਦਾਸ ਨੇ ਅੱਜ ਤੱਕ ਦਰਸ਼ਨ ਕੀਤੇ ਨੇ ਜਿਹਦਾ ਕੋਈ ਅੰਤ ਹੀ ਨਹੀਂ। ਤੇ ਉਹਨਾਂ ਸਾਰਿਆਂ ਦੀ ਸੰਗਤ ਦਾ ਸਦਕਾ ਹੀ ਬਖਸ਼ਿਸ਼ ਹੋਈ ਹੈ ਔਰ ਸਾਰੇ ਸੰਤ ਮਹਾਤਮਾ ਕਲੇਰਾਂ ਵਾਲੇ ਮਹਾਂਪੁਰਸ਼ ਸਾਰੇ ਹੀ ਬੜੇ ਪ੍ਰਸੰਨ ਨੇ ਕਥਾ ਤੇ। ਸਾਰੀਆਂ ਸੰਪਰਦਾਵਾਂ ਬਹੁਤ ਪ੍ਰਸੰਨ ਨੇ ਔਰ ਕਿਹੜੇ ਕਿਹੜੇ ਮਹਾਂਪੁਰਖਾਂ ਨਾਂ ਲਈਏ। ਸੋ ਸਾਰੇ ਨਿਹੰਗ ਸਿੰਘ ਸੰਪਰਦਾਵਾਂ ਦੇ ਸਿੰਘ ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲੇ ਔਰ ਇਸੇ ਪ੍ਰਕਾਰ ਹੀ ਬੁੱਢਾ ਦਲ ਦੇ ਵਿੱਚ, ਇਸੇ ਪ੍ਰਕਾਰ ਬਾਬਾ ਜੀ ਹਰੀਆਂ ਵੇਲਾਂ ਵਾਲੇ ਮਹਾਂਪੁਰਖਾਂ ਦਲ ਦੇ ਵਿੱਚ, ਕਿੱਥੇ ਦੱਸੀਏ ਕਿ ਕਿੱਥੇ ਕਿੱਥੇ ਸਾਰੀਆਂ ਕਥਾ ਦੀ ਸੀੜੀਆਂ ਚੱਲਦੀਆਂ ਨੇ, ਕੋਈ ਅੰਤ ਨਹੀਂ ਹੈ। ਹਰ ਇੱਕ ਨੂੰ ਗਿਆਨ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ। ਨਿੱਜੀ ਤੌਰ ਤੇ ਕਿਸੇ ਦੀ ਕਿਸੇ ਨਾਲ ਕੋਈ ਈਰਖਾ ਹੋ ਸਕਦੀ ਹੈ, ਦਵੈਸ਼ ਹੋ ਸਕਦੀ ਹੈ, ਕੋਈ ਘਰੇਲੂ ਝਗੜੇ ਹੋ ਸਕਦੇ ਨੇ, ਪਰ ਮੇਰਾ ਕਿਸੇ ਨਾਲ ਵੀ ਨਹੀਂ। ਮੇਰਾ ਤਾਂ ਸਾਰਿਆਂ ਨਾਲ ਇੱਕੋ ਹੀ ਪਰਉਪਕਾਰ ਹੁੰਦਾ ਹੈ। ਮੈਂ ਜਿਹਨੂੰ ਵੀ ਮਿਲਿਆ ਉਹਨੂੰ ਆਪਣੀਆਂ ਇਹ ਗੁਰਬਾਣੀ ਦੀ ਕਥਾ ਦੀ ਸੀਡੀ ਦਿੱਤੀ ਹੈ। ਜੇ ਉਹ ਕਹਿੰਦਾ ਮੈਂ ਖਰੀਦ ਨਹੀਂ ਸਕਦਾ, DVD ਪਲੇਅਰ ਤੁਹਾਨੂੰ ਫ੍ਰੀ ਦਿੱਤੇ ਨੇ। DVD ਪਲੇਅਰ ਦਿੰਨੇ ਆ ਔਰ ਸੀਡੀਆਂ ਦਿੰਨੇ ਆ, ਲੈ ਭਾਈ ਸੁਣ। ਕਿਹਾ ਜਿਹਾ ਵੀ ਬੰਦਾ ਮਿਲਿਆ ਜਿਹਨੂੰ ਲੋਕ ਕਹਿੰਦੇ ਇਹ ਬੰਦਾ ਗਲਤ ਹੈ, ਇਹ ਬੰਦਾ ਠੀਕ ਨਹੀਂ, ਉਹ ਬੰਦੇ ਵੀ ਸੁਧਰਦੇ ਮੈਂ ਦੇਖੇ ਨੇ। ਜਦੋਂ ਬਾਣੀ ਦਾ ਉਪਦੇਸ਼ ਹੁੰਦਾ ਨਾ, ਬੜੇ ਬੜੇ ਪੱਥਰਾਂ ਨੂੰ ਵੀ ਇਹ ਬਾਣੀ ਮੋਮ ਬਣਾ ਦਿੰਦੀ ਹੈ। ਇਸ ਕਰਕੇ ਜਿਹੜਾ ਦਾਸ ਦਾ ਨਿਸ਼ਾਨਾ ਉਹ ਸਰਬੱਤ ਦੇ ਭਲੇ ਦਾ, ਸਾਰਿਆਂ ਦੇ ਭਲੇ ਵਾਸਤੇ ਮੈਂ ਇਹ ਕਰਮ ਸ਼ੁਰੂ ਕੀਤਾ ਵਾਹਿਗੁਰੂ ਦੀ ਕਿਰਪਾ ਨਾਲ। ਇਸ ਕਰਕੇ ਸਭ ਨੂੰ ਨਿਰਵੈਰਤਾ ਭਾਵ ਰੱਖ ਕੇ ਨਾਲ ਸਹਾਈ ਹੋਣਾ ਚਾਹੀਦਾ ਸਾਰੀ ਸੰਗਤ ਨੂੰ, ਵੀ ਚਲੋ ਵੀ ਅਸੀਂ ਨਾਲ ਲੱਗਦੇ ਹਾਂ ਸਾਰੇ ਜਾਣੇ, ਅਸੀਂ ਵੀ ਮਦਦ ਕਰੀਏ, ਦੁਨੀਆ ਭਰ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰੀਏ। ਔਰ ਇੱਥੋਂ ਤੱਕ ਵੀ ਜਦੋਂ ਆਪਣੇ ਇੰਟਰਨੈਟ ਤੇ ਕਥਾ ਚੱਲਦੀ ਹੁੰਦੀ ਹੈ, ਬਹੁਤ ਹਿੰਦੂ ਵੀਰਾਂ ਦੇ ਸੁਨੇਹੇ ਆਏ ਦਿੱਲੀ ਤੋਂ, ਹੋਰ ਕਈ ਥਾਵਾਂ ਤੋਂ, ਕਹਿੰਦੇ ਅੱਜ ਤੱਕ ਹਮਨੇ ਐਸੀ ਕਥਾ ਨਹੀਂ ਸੁਣੀ, ਸਾਨੂੰ ਕਿਸੇ ਨੇ ਗੁਰਬਾਣੀ ਦੀ ਕਥਾ ਸੁਣਾਈ ਹੀ ਨਹੀਂ। ਤਾਂ ਉਹ ਹਿੰਦੂ ਵੀਰ ਵੀ ਬਹੁਤ ਕਥਾ ਸੁਣਦੇ ਆ। ਐਤਕੀ ਜਦੋਂ ਦਾਸ ਪੰਜਾਬ ਗਿਆ ਤੇ ਕਈ ਪਰਿਵਾਰ ਹਿੰਦੂ ਮਿਲੇ, ਕਹਿਣ ਲੱਗੇ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਕਥਾ ਹਿੰਦੀ 'ਚ ਸੁਣਾਓ ਤਾਂ ਹਿੰਦੁਸਤਾਨ ਭਰ ਦੇ 'ਚ ਲੋਕਾਂ ਨੂੰ ਇਹ ਗੁਰਬਾਣੀ ਦਾ ਗਿਆਨ ਹੋਵੇ। ਸੋ ਮੈਂ ਕਿਹਾ ਵੀ ਹਲੇ ਅਸੀਂ ਲੜੀਵਾਰ ਕਥਾ ਕਰ ਰਹੇ ਹਾਂ। ਸਾਧ ਸੰਗਤ ਜੀ, ਜਦੋਂ ਵੀ ਵਾਹਿਗੁਰੂ ਕਿਰਪਾ ਕਰੇਗਾ
ਅਸੀਂ ਹਿੰਦੀ ਦੇ ਵਿੱਚ ਵੀ ਸਾਰੀ ਕਥਾ ਸੰਗਤ ਨੂੰ ਸੁਣਾਵਾਂਗੇ, ਕੱਲੇ ਪੰਜਾਬੀਆਂ ਲਈ ਨਹੀਂ, ਕੱਲੇ ਗੁਰਸਿੱਖਾਂ ਲਈ ਨਹੀਂ। ਇਹ ਬਾਣੀ ਸਰਬੱਤ ਦੇ ਭਲੇ ਵਾਸਤੇ ਹੈ। ਅਸੀਂ ਤਾਂ ਅੰਗਰੇਜ਼ੀ ਦੇ ਵਿੱਚ ਵੀ ਇਹ ਅਰਥ ਕਰਕੇ ਇੱਥੇ ਵੰਡਿਆ। ਅਮਰੀਕਾ ਦੇ ਵਿੱਚ ਦੇਖੋ ਭਾਈ ਗੁਰਸੇਵ ਸਿੰਘ ਉਹਨਾਂ ਨੇ, ਤੋ ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਵੀ ਜਿੰਨੇ ਅਰਥ ਕੀਤੇ, ਉਹ ਤਾਂ ਚਾਹੁੰਦੇ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਅਰਥ ਅੰਗਰੇਜ਼ੀ 'ਚ ਕਰਕੇ ਵੰਡੀਏ। ਤੋ ਇਸ ਕਰੇ ਇੰਗਲਿਸ਼ ਦੇ ਵਿੱਚ ਅਰਥ ਜਦੋਂ ਵੰਡੇ, ਅੰਗਰੇਜ਼ਾਂ ਨੇ ਸੁਣੇ ਤਾਂ ਇੰਨੇ ਖੁਸ਼ ਹੋਏ। ਬਹੁਤ ਸਾਰੇ ਮੁਸਲਮਾਨ ਕੰਟਰੀ 'ਚ ਮੁਸਲਮਾਨਾਂ ਨੇ ਸੁਣੇ, ਉਹ ਬੜੇ ਖੁਸ਼ ਹੋਏ। ਤਾਂ ਸਾਰੇ ਜਾਣੇ ਸੁਣਦੇ ਬੜੇ ਪ੍ਰਸੰਨ ਹੁੰਦੇ ਨੇ। ਹਿੰਦੂ ਵੀਰ ਸੁਣਦੇ, ਬਹੁਤ ਪਰਿਵਾਰ ਉਹ ਕਥਾ ਸੁਣ ਕੇ ਪ੍ਰਸੰਨ। ਇਹ ਗੁਰਬਾਣੀ ਦੀ ਕਥਾ ਕਿਤੇ ਇੱਕ ਕੌਮ ਵਾਸਤੇ ਨਹੀਂ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤੀ। ਤਾਈਓ ਤਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਕਥਾ ਤਾਂ ਸਰਬੱਤ ਦੇ ਭਲੇ ਵਾਸਤੇ ਹੈ। ਇਹ ਕਥਾ ਤਾਂ ਦੇਵੀ ਦੇਵਤਿਆਂ ਵਾਸਤੇ ਹੈ। ਇਹ ਕਥਾ ਤਾਂ ਹਰ ਮਨੁੱਖ ਲਈ ਹੈ। ਇਸ ਕਥਾ ਨੇ ਤਾਂ ਪੱਥਰ ਤਾਰੇ, ਦਰਖਤ ਤਾਰੇ, ਪੰਛੀ ਤਾਰੇ। ਇਹ ਗੁਰਬਾਣੀ ਨੇ ਤਾਂ ਬਹੁਤ ਕੁਝ ਤਾਰਿਆ, ਧਰਤੀ ਦਾ ਉਧਾਰ ਕੀਤਾ, ਬ੍ਰਹਿਮੰਡਾਂ ਦਾ ਉਧਾਰ ਕੀਤਾ। ਤੇ ਜਿਹੜੇ ਲੋਕ ਬਿਲਕੁਲ ਹੀ ਸੌੜੀ ਜੀ ਬਿਰਤੀ ਰੱਖਦੇ ਆ ਔਰ ਦੂਜਿਆਂ ਦੀ ਨਿੰਦਾ ਕਰੀ ਜਾਂਦੇ ਆ, ਉਹ ਫੇਰ ਦੁਬਾਰਾ ਵਿਚਾਰ ਕਰਨ ਭਈ ਗੁਰਬਾਣੀ ਇਕੱਲੇ ਸਾਨੂੰ ਨਹੀਂ ਦਿੱਤੀ। ਗੁਰਬਾਣੀ ਤਾਂ ਇੱਕ ਅੰਮ੍ਰਿਤ ਹੈ। ਜਿਵੇਂ ਦੁੱਧ ਸਾਰੀ ਦੁਨੀਆ ਪੀਂਦੀ ਹੈ, ਹਰੇਕ ਧਰਮ ਦਾ ਮਨੁੱਖ ਦੁੱਧ ਪੀਂਦਾ। ਇਸੇ ਪ੍ਰਕਾਰ ਗੁਰਬਾਣੀ ਐਸਾ ਅੰਮ੍ਰਿਤ ਹੈ ਜਿਹਨੂੰ ਸਾਰੀ ਦੁਨੀਆ ਸੁਣ ਕੇ ਸਰਬੱਤ ਦਾ, ਸਭਨਾਂ ਦਾ ਭਲਾ ਹੋ ਸਕਦਾ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਰਸਨਾ ਗੁਣ ਗਾਵੈ ਬੇਅੰਤ, ਮਨ ਮਹਿ ਚਿਤਵੈ ਪੂਰਨ ਭਗਵੰਤ। ਜੀਵਾ ਦੁਆਰਾ ਪਰਮਾਤਮਾ ਦੇ ਗੁਣ ਗਾਉਣਾ ਕਰੇ, ਰਸਨਾ ਦੇ ਨਾਲ ਗੁਣ ਗਾਵੇ ਬੇਅੰਤ ਪਰਮਾਤਮਾ ਦੇ। ਅਤੇ ਗੁਣ ਗਾਉਂਦਾ ਹੋਇਆ ਮਨ ਦੇ ਵਿੱਚ ਇਹ ਨਾ ਕਿਤੇ ਹੋਰ ਹੀ ਵਿਚਾਰ ਕਰੀ ਜਾਵੇ, ਮਨ ਦੇ ਵਿੱਚ ਪੂਰਨ ਭਗਵੰਤ ਦਾ ਚਿੰਤਨ ਕਰੇ। ਮੂੰਹ ਨਾਲ ਵਾਹਿਗੁਰੂ ਕਹੇ ਤੇ ਮਨ ਨਾਲ ਸੋਚੇ ਕਿ ਵਾਹਿਗੁਰੂ ਕੌਣ ਹੈ, ਕਿੱਥੇ ਰਹਿੰਦਾ, ਕਦੋਂ ਕਦਾ ਹੈ, ਕੈਸਾ ਸਰੂਪ ਹੈ, ਕਿੰਨਾ ਦਿਆਲੂ ਹੈ, ਕਿੰਨਾ ਕਿਰਪਾਲੂ ਹੈ। ਵਾਹਿਗੁਰੂ ਬਾਰੇ ਨਾਲ ਮਨ ਵਿੱਚ ਚਿੰਤਨ ਕਰਨਾ, ਨਾਲ ਮੂੰਹ ਨਾਲ ਵਾਹਿਗੁਰੂ ਕਹਿਣਾ। ਇਹ ਹੁੰਦੀ ਭਗਤੀ। ਇਹ ਨਹੀਂ ਕਿ ਮੂੰਹ ਮੈਂ ਰਾਮ ਰਾਮ ਬਗਲ ਮੇਂ ਛੁਰੀ ਵਾਲਾ ਕੰਮ ਕਰੇ। 299 ਅੰਗ ਤੇ ਮਹਾਰਾਜ ਬਖਸ਼ਿਸ਼ ਕਰਦੇ ਆ। ਅਗਲੀ ਪੰਕਤੀ, ਹਸਤ ਚਰਨ ਸੰਤ ਟਹਿਲ ਕਮਾਈ ਹੈ। ਕਹਿੰਦੇ ਮਹਾਰਾਜ ਕਿਰਪਾ ਕਰਕੇ ਦੱਸੋ ਫਿਰ ਕਿਰਪਾ ਹੋਵੇ ਕਿਵੇਂ, ਅਸੀਂ ਤਾਂ ਬਹੁਤ ਜ਼ੋਰ ਲਾਇਆ। ਕਹਿੰਦੇ ਹਸਤ ਹੱਥਾਂ ਨਾਲ ਸੰਤਾਂ ਦੇ ਚਰਨ ਘੁੱਟਣਾ ਰੂਪੀ ਟਹਿਲ ਨੂੰ ਕਮਾਉਣਾ ਕਰੇ। ਹਸਤ ਹੁੰਦਾ ਹੱਸਦਿਆਂ ਹੱਸਦਿਆਂ ਸੰਤਾਂ ਦੇ ਚਰਨਾਂ ਦੀ ਸੇਵਾ ਟਹਿਲ ਕਮਾਈਏ। ਕਿਉਂਕਿ ਜਿਨ੍ਹਾਂ ਨੇ ਕਮਾਈ ਕੀਤੀ, ਜਿਵੇਂ ਮੈਂ ਉਦਾਹਰਣ ਦੇ ਕੇ ਦੱਸਾਂ, ਇੱਕ ਬੰਦਾ ਉਹਨੇ ਅਮਰੀਕਾ 'ਚ ਜਦੋਂ ਆਇਆ ਸੀਗਾ ਉਦੋਂ $8 ਸੀ ਉਹਦੀ ਜੇਬ 'ਚ। ਅੱਜ ਉਹ ਇੰਨੀ ਪ੍ਰਾਪਰਟੀ ਦਾ ਮਾਲਕ ਹੈ ਕਿ ਕੋਈ ਹਿਸਾਬ ਹੀ ਨਹੀਂ, ਬੇਅੰਤ ਮਾਇਆ ਉਸਦੇ ਕੋਲੇ ਹੈ। ਉਹ ਸ਼ਾਹੂਕਾਰ ਬਣ ਗਿਆ ਨਾ, ਤੇ ਲੋਕੀ ਉਹਦੇ ਜਾ ਕੇ ਮਿੰਨਤਾਂ ਤਰਲੇ ਕਰਦੇ ਨੇ, ਉਹਦੀ ਸੇਵਾ ਕਰਦੇ ਨੇ, ਸਾਨੂੰ ਵੀ ਕੰਮ ਦੇ ਦਿਓ ਜੀ, ਸਾਨੂੰ ਵੀ ਇੰਨੇ ਪੈਸੇ ਦੇ ਦਿਓ। ਉਹ ਬਥੇਰੇ ਲੋਕਾਂ ਨੂੰ ਮਾਇਆ ਦਿੰਦਾ, ਕਿਉਂਕਿ ਉਹਨੇ ਪਹਿਲਾਂ ਕਮਾਈ ਕੀਤੀ ਹੈ ਤੇ ਫਿਰ ਉਹ ਵੰਡ ਰਿਹਾ। ਜਦੋਂ ਵੰਡੇਗਾ ਤਾਂ ਫਿਰ ਕੁਦਰਤੀ ਹੈ ਕਿ ਉਹਦਾ ਨਾਮ ਹੋਵੇਗਾ ਦੁਨੀਆ 'ਚ। ਇਸੇ ਪ੍ਰਕਾਰ ਕੋਈ ਵੀ ਜੀਵ ਜਦੋਂ ਪਹਿਲਾਂ ਬੰਦਗੀ ਸ਼ੁਰੂ ਕਰਦਾ, ਸਿਮਰਨ ਕਰਦਾ, 15 ਸਾਲ 10-20 ਸਾਲ ਬੰਦਗੀ ਕਰਦਿਆਂ ਕਰਦਿਆਂ ਪ੍ਰਕਾਸ਼ ਹੋ ਜਾਂਦਾ, ਕਿਰਪਾ ਹੋ ਜਾਂਦੀ ਹੈ, ਨਾਮਦਾਨ ਮਿਲ ਜਾਂਦਾ। ਇਸੇ ਤਰ੍ਹਾਂ ਹੀ ਜਿਵੇਂ ਲੋਕ ਉਸ ਅਮੀਰ ਵਿਅਕਤੀ ਕੋਲ ਜਾ ਕੇ ਕਹਿੰਦੇ ਸੀ, ਉਹੀ ਫਿਰ ਇੱਧਰ ਜਿਹੜਾ ਨਾਮ ਧਨ ਮਿਲਦਾ, ਭਾਗ ਛੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ। ਉਹ ਜਿਨ੍ਹਾਂ ਦੇ ਘਰੇ ਹਿਰਦੇ 'ਚ ਨਾਮ ਰੂਪੀ ਧਨ ਆ ਗਿਆ, ਉਹਨਾਂ ਕੋਲ ਜਾ ਕੇ ਸਾਰੇ ਜਾਣੇ ਬੇਨਤੀਆਂ ਕਰਦੇ ਨੇ ਕਿ ਗੁਰਮੁਖੋ ਪਿਆਰਿਓ, ਸਾਨੂੰ ਵੀ ਕਿਰਪਾ ਕਰ ਦਿਓ, ਸਾਨੂੰ ਵੀ ਨਾਮ ਦੀ ਦਾਤ ਦੱਸੋ। 5 ਪਿਆਰਿਆਂ ਤੋਂ ਪਹਿਲਾਂ ਨਾਮ ਲੈਣਾ, 5 ਪਿਆਰਿਆਂ ਤੋਂ ਨਾਮ ਦਾਨ ਲੈਣਾ, ਫਿਰ ਉਹਨਾਂ ਗੁਰਮੁਖਾਂ ਨਾਲ ਮਿਲ ਕੇ ਮਿਹਨਤ ਕਰੀਦੀ ਆ, ਅਭਿਆਸ ਕਰੀਦਾ। ਉਹ ਰਸਤਾ ਦੱਸਦੇ ਨੇ, ਉਹ ਤਰੀਕਾ ਦੱਸਦੇ ਨੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਇਸ ਕਰਕੇ ਕਹਿੰਦੇ ਨੇ, ਭਾਈ ਨਾਨਕ ਇਹੋ ਸੰਜਮ ਪ੍ਰਭ ਕਿਰਪਾ ਪਾਈ ਹੈ। ਸਤਿਗੁਰੂ ਕਹਿੰਦੇ ਇਹ ਜਿਹੜਾ ਪਿੱਛੇ ਸਾਰੇ ਬਚਨ ਕਹੇ ਨੇ ਨਾ, ਇਸ ਸੰਜਮ ਨਾਲ ਵਾਹਿਗੁਰੂ ਦੀ ਕਿਰਪਾ ਪ੍ਰਾਪਤ ਹੋ ਜਾਂਦੀ ਜੀਵ ਦੇ ਤਾਈਂ। ਸ਼ਲੋਕ ਏਕੋ ਏਕ ਬਖਾਨੀਐ ਬਿਰਲਾ ਜਾਣੈ ਸਵਾਦ। ਇੱਕ ਅਦੁੱਤੀ ਪ੍ਰਮਾਤਮਾ ਨੂੰ ਇੱਕ ਕਰਕੇ ਹੀ ਕਥਨ ਕਰੀਏ, ਪਰ ਉਹਦੇ ਨਾਮ ਦੇ ਸਵਾਦ ਨੂੰ ਕੋਈ ਬਿਰਲਾ ਬੰਦਾ ਹੀ ਜਾਣਦਾ ਹੈ। ਗੁਣ ਗੋਬਿੰਦ ਨਾ ਜਾਣੀਐ ਨਾਨਕ ਸਭ ਬਿਸਮਾਦ। ਆਮ ਜੀਵ ਗੋਬਿੰਦ ਦੇ ਗੁਣਾਂ ਨੂੰ ਨਹੀਂ ਜਾਣਦੇ। ਇਸੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਨੇ ਕਿ ਸਾਰਾ ਸੰਸਾਰ ਅਚਰਜ ਭਾਵ ਮਿਥਿਆ ਹੀ ਹੈ, ਨਾਨਕ ਸਭ ਬਿਸਮਾਦ। ਪੌੜੀ ਏਕਾਦਸ਼ੀ ਨਿਕਟ ਪੇਖੋ ਹਰ ਰਾਮ। ਏਕਾਦਸ਼ੀ ਥਿਤ ਦੁਆਰਾ ਕਥਨ ਕਰਦੇ ਨੇ ਕਿ ਹਰੀ ਰਾਮ ਪਰਮੇਸ਼ਰ ਨੂੰ ਆਪਣੇ ਪਹਿਲਾਂ ਤਾਂ ਨੇੜੇ ਦੇਖੋ। ਪਹਿਲਾਂ ਤਾਂ ਆਪਣੀ ਇਹ ਵੱਡੀ ਗਲਤੀ ਹੈ ਕਿ ਆਪਾਂ ਕਹਿੰਦੇ ਹਾਂ ਰਾਮ ਪਰਮੇਸ਼ਰ ਹਰੀ ਗੋਬਿੰਦ ਦਮੋਦਰ ਮਾਧੋ। ਵਾਹਿਗੁਰੂ ਜੋ ਹੈ ਅੱਲਾ ਖੁਦਾ ਉਹ ਬਹੁਤ ਪਤਾ ਨਹੀਂ ਦੂਰ ਹੈ। ਲੋਕੀ ਕਹਿਣਗੇ ਉਹ ਨੀਲੀ ਛੱਤ ਵਾਲਾ, ਪਤਾ ਨਹੀਂ ਉਹ ਛੱਤ ਦੇ ਉੱਤੇ ਬੈਠਾ ਕਿ ਛੱਤ ਦੇ ਥੱਲੇ ਬੈਠਾ।
ਸੰਸਾਰ ਉਹ ਪਰਮੇਸ਼ਰ ਨੂੰ ਦੂਰ ਸਮਝਦਾ, ਪਰ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਦੇਵ ਜੀ ਫਰਮਾਉਂਦੇ, ਸ਼ਹੀਦਾਂ ਦੇ ਸਰਤਾਜ ਪਾਤਸ਼ਾਹ ਕਹਿੰਦੇ, ਇਕਾਦਸ਼ੀ ਨਿਕਟ ਪੇਖੋ ਹਰ ਰਾਮ। ਪਹਿਲਾ ਕੰਮ ਤਾਂ ਇਹ ਕਰੋ, ਇਕਾਦਸ਼ੀ ਅਸਲ 'ਚ ਇਹ ਹੈ ਵੀ ਜਿਹੜਾ ਰੱਬ ਨੂੰ ਨੇੜੇ ਦੇਖਣਾ। ਫਿਰ ਦੂਸਰਾ ਬਚਨ ਕਹਿੰਦੇ, ਕਮਾਓ ਇੰਦਰੀ ਬਸ ਕਰ ਸੁਣੋ ਹਰ ਨਾਮ। ਇੰਦਰੀਆਂ ਨੂੰ ਵਸੀ ਕਰਕੇ ਵਾਹਿਗੁਰੂ ਨਾਮ ਨੂੰ ਸ਼ਰਵਣ ਕਰੋ। ਪਹਿਲਾਂ ਇੰਦਰੀਆਂ ਰੋਕੋ, ਅੱਖਾਂ ਕਿਧਰੇ ਨੂੰ ਜਾਂਦੀਆਂ, ਕੰਨ ਕੁਛ ਸੁਣ ਰਹੇ ਨੇ, ਔਰ ਇਹ ਜਿਹੜੀਆਂ ਬਿਰਤੀਆਂ ਹੁੰਦੀਆਂ ਆਪਣੀਆਂ ਖਿੰਡ ਜਾਂਦੀਆਂ। ਪ੍ਰਮਾਣ, ਪਰਜੇ, ਨਿੰਦਰਾ, ਵਿਕਲਪ, ਸਿਮਰਤੀ, ਇਹ 5 ਪ੍ਰਕਾਰ ਨਾਲ ਬਿਰਤੀਆਂ ਖਿੰਡਦੀਆਂ। ਇਹਨਾਂ ਦੀ ਵਿਆਖਿਆ ਮੈਂ ਕਰ ਚੁੱਕਿਆ ਦਾਸ ਪਹਿਲਾਂ, ਤੇ ਬਾਰ-ਬਾਰ ਮੈਂ ਤਾਈਓ ਕਿ ਅਸੀਂ ਬਾਰ-ਬਾਰ ਜੇ ਵਿਆਖਿਆ ਕਰਾਂਗੇ ਫਿਰ ਕਥਾ ਬਹੁਤ ਵੱਧ ਜਾਵੇਗੀ। ਸੋ ਇਸ ਕਰਕੇ ਇਹ ਦਿਖਦੀਆਂ ਚੀਜ਼ਾਂ 'ਚ ਮਨ ਨੇ ਪਰ ਜਾਣਾ। ਕਹਿੰਦੇ ਪਹਿਲਾਂ ਤਾਂ ਅੱਖਾਂ ਬੰਦ ਕਰੋ। 87% ਤਾਂ ਮਨ ਅੱਖਾਂ ਬੰਦ ਕਰਨ ਨਾਲ ਹੀ ਟਿਕ ਜਾਂਦਾ। ਫਿਰ ਖੜਕੇ ਨਾਲ ਮਨ ਨੇ ਜੁੜਨਾ। ਉਹ ਲੈ ਵੀ ਬਾਹਰ ਖੜਕਾ ਹੋਇਆ, ਕਿਤੇ ਕੋਈ ਚੀਜ਼ ਡਿੱਗ ਪਈ, ਬਾਹਰ ਜੀ ਗੱਡੀ ਸਟਾਰਟ ਹੋਈ ਹੈ। ਫਿਰ ਨੱਕ ਦੇ ਰਾਹੀਂ ਖੁਸ਼ਬੂ ਆ ਗਈ, ਲੰਗਰ ਬੜਾ ਵਧੀਆ ਬਣ ਰਿਹਾ, ਕੜਾਹ ਪ੍ਰਸ਼ਾਦ ਬਣ ਰਿਹਾ, ਉਹਦੀ ਖੁਸ਼ਬੂ ਨੇ ਬਿਰਤੀ ਖਿੱਚ ਲਈ। ਇਸੇ ਪ੍ਰਕਾਰ ਇਹ ਬਿਰਤੀ ਜਿਹੜੀ ਹੈ, ਪਿਛਲੀਆਂ ਗੱਲਾਂ ਯਾਦ ਆਉਣੀਆਂ, ਹੁਣ ਦੀਆਂ ਗੱਲਾਂ ਯਾਦ ਆਉਣੀਆਂ, ਵਿਕਲਪ ਬਣੀ ਜਾਣੇ ਮਨ ਦੇ ਅੰਦਰ। ਮੈਂ ਅੱਜ ਇੰਨਾ ਪਾਠ ਕੀਤਾ, ਮੈਂ ਅੱਜ ਸੁਖਮਨੀ ਸਾਹਿਬ ਐਂ ਕੀਤਾ, ਹੁਣ ਰੱਬ ਮੈਨੂੰ ਇੰਨੀ ਦਾਤ ਦੇਵੇ। ਸੇਵਾ ਥੋੜੀ ਮੰਗਣ ਬਹੁਤਾ। ਮਹਾਰਾਜ ਕਹਿੰਦੇ 5 ਪ੍ਰਕਾਰ ਦੀਆਂ ਬਿਰਤੀਆਂ ਨੂੰ ਟਿਕਾ ਕੇ ਇਕਾਗਰਤਾ ਨਾਲ ਇੰਦਰੀ ਬਸ ਕਰ ਸੁਣੋ ਹਰ ਨਾਮ। ਇੰਦਰੀਆਂ ਨੂੰ ਐਨ ਇਕਾਗਰ ਕਰਕੇ ਜਿਹੜਾ ਨਾਮ ਮੂੰਹ ਨਾਲ ਬੋਲਿਆ ਇਹਨੂੰ ਕੰਨਾਂ ਨਾਲ ਸੁਣੋ, ਨੇੜੇ ਜਾਣੋ ਵਾਹਿਗੁਰੂ ਨੂੰ। ਮਨ ਸੰਤੋਖ ਸਰਬ ਜੀ ਦਇਆ। ਮਨ ਵਿੱਚ ਸੰਤੋਖ ਧਾਰ ਕੇ ਸਾਰੇ ਜੀਆਂ ਦੇ ਉੱਤੇ ਦਇਆ ਕਰੋ। ਸਾਰੇ ਜੀਆਂ ਵਿੱਚ ਵਾਹਿਗੁਰੂ ਆਪ ਬੈਠੇ ਨੇ, ਸਾਰਿਆਂ ਜੀਵਾਂ ਦੇ ਉੱਤੇ ਦਇਆ ਕਰੋ, ਸੰਤੋਖ ਰੱਖੋ, ਨਾ ਕਿ ਹਮੇਸ਼ਾ ਜੀਆਂ ਨੂੰ ਮਾਰ ਕੇ ਖਾਈ ਜਾਓ। ਇਨ ਵਿਦ ਵਰਤ ਸੰਪੂਰਨ ਭਇਆ। ਇਸ ਤਰੀਕੇ ਨਾਲ ਜਿਹਨੇ ਵਰਤ ਰੱਖਿਆ ਉਹਦਾ ਇਕਾਦਸ਼ੀ ਵਰਤ ਸੰਪੂਰਨ ਹੋਇਆ। ਕਹਿੰਦੇ ਵਰਤ ਰੱਖਣਾ ਐਉਂ ਰੱਖੋ ਜਿਹੜੀ ਗੁਰਮਤਿ ਕਹਿੰਦੀ ਆ। ਉਹ ਨਹੀਂ ਕਿ ਰੋਟੀ ਅੱਜ ਖਾਧੀ ਨਹੀਂ ਸਾਰਾ ਦਿਨ, ਫਿਰ ਧਿਆਨ ਰੋਟੀ 'ਚ ਰਿਹਾ ਤੇ ਫਿਰ ਬਹੁਤੀ ਖਾ ਲਈ, ਫਿਰ ਹੈਜਾ ਹੋ ਗਿਆ। ਧਾਵਤ ਮਨ ਰਾਖੈ ਇਕ ਠਾਏ, ਮਨ ਤਨ ਸੁਧ ਜਪਤ ਹਰ ਨਾਏ। ਧਾਵਤ ਹੁੰਦਾ ਦੌੜਦੇ ਹੋਏ ਮਨ ਨੂੰ ਇੱਕ ਅੰਤਰਮੁਖ ਬਿਰਤੀ ਕਰਨੇ ਰੂਪੀ ਥਾਂ ਦੇ ਵਿੱਚ ਟਿਕਾਓ, ਪਰਮਾਤਮਾ ਰੂਪੀ ਥਾਂ ਵਿੱਚ ਰੱਖਣਾ ਕਰੋ। ਹਿਰਦੇ ਦੇ ਅੰਦਰ ਉਹਦੀ ਜੋਤ ਨੂੰ ਦੇਖ ਕੇ ਇੱਥੇ ਬਿਰਤੀ ਟਿਕਾ ਲਓ, ਮਸਤਕ 'ਚ ਟਿਕਾ ਲਓ। ਨਹੀਂ ਟਿਕਦੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੱਲ ਧਿਆਨ ਲਾ ਕੇ ਟਿਕਾ ਲਓ। ਕਿਸੇ ਵੀ ਸਰੂਪ ਵੱਲ ਧਿਆਨ ਲਾ ਕੇ ਪਹਿਲਾਂ ਨਵੇਂ ਜਗਿਆਸੂ ਬਿਰਤੀ ਟਿਕਾਉਂਦੇ ਨੇ, ਸਰਬ ਵਿਆਪਕ ਜਾਣ ਕੇ ਟਿਕਾ ਲਓ। ਕਿਉਂ ਬਿਰਤੀ ਨੂੰ ਟਿਕਾਉਂਦੇ ਜਾਓ, ਹਿਰਦੇ 'ਚ ਵਾਹਿਗੁਰੂ ਨੂੰ ਦੇਖੋ, ਆਤਮਾ ਪਰਮਾਤਮਾ ਕਰੋ, ਧਿਆਨ ਕਰੋ ਕਿ ਆਤਮਾ ਮੇਰੇ ਹਿਰਦੇ ਦੇ ਵਿੱਚ ਹੈ, ਆਤਮਾ ਹੀ ਵਾਸਾ ਕਰਦੀ ਹੈ। ਕਹਿੰਦੇ ਹਰੀ ਨਾਮ ਜਪਣ ਕਰਕੇ ਮਨ ਤਨ ਸੁੱਧ ਹੁੰਦਾ, ਪਵਿੱਤਰ ਹੁੰਦਾ, ਸੁੱਧ ਪਵਿੱਤਰ ਹੁੰਦਾ। ਸਭ ਮਹਿ ਪੂਰ ਰਹੇ ਪਾਰ ਬ੍ਰਹਮ। ਜੋ ਪਾਰ ਬ੍ਰਹਮ ਪਰਮਾਤਮਾ ਸਾਰਿਆਂ ਦੇ ਵਿੱਚ ਪੂਰਨ ਵਿਆਪਕ ਹੋ ਰਹੇ ਨੇ। ਨਾਨਕ ਹਰ ਕੀਰਤਨ ਕਰ ਅਟਲ ਇਹੋ ਧਰਮ। ਸਤਿਗੁਰੂ ਕਹਿੰਦੇ ਨੇ, ਕਥਨ ਕਰਦੇ ਨੇ, ਉਸ ਹਰੀ ਦਾ ਜੋ ਕੀਰਤਨ ਕਰਨਾ ਨਾ, ਇਹੋ ਹੀ ਅਟਲ ਧਰਮ ਹੈ ਮਨੁੱਖ ਤੇਰਾ। ਅਟਲ ਧਰਮ ਕੀ ਹੈ? ਜਿਹੜਾ ਉਹਦਾ ਜਸ ਕਰਨਾ ਹੈ। ਗੁਰਬਾਣੀ ਦਾ ਕੀਰਤਨ ਕਰੋ, ਕੀਰਤਨ ਸੁਣੋ, ਹਰ ਜਸ ਕਰੋ। ਅਸੀਂ ਕਹਿੰਦੇ ਕੀਰਤਨ ਸੁਣੋ ਰਾਤ ਦਿਨ। ਕਈ ਕਹਿੰਦੇ ਕਿ ਕਥਾ ਹੋਣੀ ਨਹੀਂ ਚਾਹੀਦੀ, ਕਥਾ ਕਰਨੀ ਨਹੀਂ ਚਾਹੀਦੀ, ਕਥਾ ਸੁਣਨ ਦੇ ਨਾਲ ਮਨ ਨਹੀਂ ਟਿਕਦਾ, ਉਹ ਕਥਾ ਨੂੰ ਹੀ ਬੰਧਨ ਪਾਈ ਜਾਂਦੇ ਨੇ। ਜੇ ਇੱਕ ਜਣੇ ਨੇ ਕਹਿਤਾ ਕਥਾ ਨਹੀਂ ਸੁਣਨੀ, ਪਰ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਕਥਾ ਸੁਣੋ, ਕਰੋ ਕਥਾ। ਭਾਈ ਕਿੰਨੀ ਮਹਿਮਾ ਆਈ ਕਥਾ ਦੀ। ਇਸ ਕਰਕੇ ਜਿਹੜੇ ਲੋਕ ਕਈ 4 ਬੰਦੇ ਰਲ ਕੇ ਜੀ ਕਥਾ ਨਹੀਂ ਸੁਣਨੀ ਚਾਹੀਦੀ ਕਥਾ, ਉਹ ਭਾਈ ਤੁਸੀਂ ਨਾ ਸੁਣੋ। ਇਸ ਕਰਕੇ ਕਥਾ ਜਿਹੜੀ ਸੰਗਤ ਹੈ ਸੁਣ ਕੇ ਕਥਾ ਦੇ ਨਾਲ ਹੀ ਜੀਵ ਦਾ ਉਧਾਰ ਹੋਣਾ। ਸ਼ਲੋਕ ਦੁਰਮਤ ਹਰੀ ਸੇਵਾ ਕਰੀ ਭੇਟੇ ਸਾਧ ਕਿਰਪਾਲ। ਜਿਸ ਵੇਲੇ ਕਿਰਪਾਲੂ ਪਰਮੇਸ਼ਰ ਦੇ ਸੰਤ ਮਿਲੇ ਨਾ ਤੇ ਉਹਨਾਂ ਦੀ ਸੇਵਾ ਕੀਤੀ ਤਾਂ ਦੁਰਮਤ ਜਿਹੜੀ ਖੋਟੀ ਬੁੱਧੀ ਦੂਰ ਹੋ ਗਈ। ਬੜੀ ਕਿਰਪਾ ਕਰਦੇ ਨੇ ਮਹਾਂਪੁਰਖ ਜਿਹੜੇ ਅਭਿਆਸੀ ਨੇ, ਜਿਨ੍ਹਾਂ ਦੇ ਰੋਮ ਰੋਮ ਜਾਪ ਚੱਲਦਾ। ਬ੍ਰਹਮ ਗਿਆਨੀਆਂ ਦੇ ਤਾਂ ਇੱਕ ਵਾਰ ਮਾੜੀ ਜੀ ਸੇਵਾ ਕਰ ਲਈ, ਇੱਕੋ ਵਾਰੀ ਬਹੁਤ ਕੁਝ ਕੱਟ ਦਿੰਦੇ ਨੇ। ਨਾਨਕ ਪ੍ਰਭ ਸਿਉ ਮਿਲ ਰਹੇ ਬਿਨਸੇ ਸਗਲ ਜੰਜਾਲ। ਸਤਿਗੁਰੂ ਕਥਨ ਕਰਦੇ ਜਦੋਂ ਵਾਹਿਗੁਰੂ ਪਰਮਾਤਮਾ ਨਾਲ ਮਿਲੇ ਰਹੇ, ਉਦੋਂ ਸਾਰੇ ਜਿਹੜੇ ਸੰਸਾਰਿਕ ਜੰਜਾਲ ਸੀ, ਧੰਦੇ ਸੀ, ਨਾਸ ਕਰ ਦਿੱਤੇ। ਕਿਰਪਾ ਹੋ ਗਈ ਮਹਾਰਾਜ ਸੱਚੇ ਪਾਤਸ਼ਾਹ ਦੀ। ਗੁਰਮੁਖਾਂ ਨਾਲ ਮਿਲ ਕੇ, ਸੰਗਤ ਨਾਲ ਮਿਲ ਕੇ, ਗੁਰਾਂ ਨਾਲ ਮਿਲ ਕੇ ਹੁਣ ਮਨ ਦੀ ਇਕਾਗਰਤਾ ਹੋ ਗਈ ਬਹੁਤ। ਬੰਧਨ ਕਾਟ ਕਰੇ ਮਨ ਨਿਰਮਲ, ਸਤਿਗੁਰ ਸਿੱਖੇ ਬੰਧਨ ਕੱਟ ਹੈ, ਗੁਰ ਕਾ ਸਿੱਖ ਵਿਕਾਰ ਤੇ ਹਟ ਹੈ। ਪੌੜੀ ਦੁਆਦਸੀ ਦਾਨ ਨਾਮ ਇਸਨਾਨ।
ਹਰ ਕੀ ਭਗਤ ਕਰੋ ਤਾਜਮਾਨ। ਦੁਆਸੀ ਥਿਤ ਦੁਆਰਾ ਕਥਨ ਕਰਦੇ ਨੇ ਭਈ ਇੱਕ ਤਾਂ ਇਸ਼ਨਾਨ ਕਰੋ ਸਵੇਰੇ ਉੱਠ ਕੇ, ਫੇਰ ਨਾਮ ਜਪੋ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗਾ, ਕੋਟ ਬਿਘਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ। ਫੇਰ ਜਿਹੜਾ ਦਸਵੰਧ ਕੱਢੋ, ਦਾਨ ਦੇਣਾ ਕਰੋ ਗਰੀਬਾਂ ਨੂੰ, ਅਤੇ ਮਾਣ ਹੰਕਾਰ ਨੂੰ ਤਿਆਗ ਕੇ ਹਰੀ ਦੀ ਭਗਤੀ ਕਰੋ। ਭਗਤੀ ਕਰਨ ਦਾ ਤਰੀਕਾ ਸਤਿਗੁਰੂ ਆਪ ਦੱਸ ਰਹੇ ਨੇ। ਤੇ ਜੇ ਕੋਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਾਂ, ਲੋਕੀ ਬਹੁਤ ਸਾਰੇ ਅੱਜ ਕੱਲ ਜੋਤਸ਼ੀਆਂ ਕੋਲ ਤੁਰੇ ਜਾਂਦੇ ਨੇ, ਜੋਤਸ਼ੀ ਵੀ ਤਾਂ ਇਹੀ ਕਹਿੰਦੇ ਨੇ ਤੂੰ ਆਹ ਦਾਨ ਕਰ, ਤੂੰ ਆਹ ਦਾਨ ਕਰ, ਤੂੰ ਜਾ ਕੇ 40 ਦਿਨ ਹੁਣ ਨਹਾਉਣਾ, ਤੂੰ 40 ਦਿਨ ਹੁਣ ਬਾਈ ਦਾੜੀ ਕੇਸ ਨਹੀਂ ਕਟਾਉਣੇ। ਉਹ ਬਹੁਤਿਆਂ ਲੋਕਾਂ ਨੂੰ ਐਵੇਂ ਕਹਿੰਦੇ ਨੇ, ਕਈ ਲੋਕ ਜਿਹੜੇ ਕੱਟਦੇ ਆ, ਤੂੰ 40 ਦਿਨ ਹੁਣ ਨਹੁੰ ਨਹੀਂ ਕੱਟਣੇ, ਤੂੰ 40 ਦਿਨ ਹੁਣ ਆਹ ਨਹੀਂ ਕਰਨਾ। ਉਹ ਜੋਤਸ਼ੀ ਦੀ ਗੱਲ ਨੂੰ ਤਾਂ ਮੰਨ ਲੈਂਦੇ, ਪਰ ਜਿਹੜੀ ਸਤਿਗੁਰੂ ਪੱਕਾ ਹੀ ਕਹਿ ਗਏ ਸਿੱਖ ਨੂੰ ਨਾਮ ਦਾਨ ਇਸ਼ਨਾਨ, ਤਿੰਨੇ ਚੀਜ਼ਾਂ ਹੀ ਨੇ, ਇਹਨਾਂ ਨਾਲ ਹੀ ਸਾਰਾ ਕੁਝ ਠੀਕ ਹੋ ਜਾਂਦਾ ਹੈ। ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ, ਮਨ ਤ੍ਰਿਪਤਾਸੈ ਕੀਰਤਨ ਪ੍ਰਭ ਰੰਗ। ਸੰਤਾਂ ਦੇ ਸੰਗ ਵਿੱਚ ਜਾ ਕੇ ਹਰੀ ਦੇ ਨਾਮ ਅੰਮ੍ਰਿਤ ਨੂੰ ਪੀਣਾ ਕਰੋ। ਸੰਤਾਂ ਦੇ ਸੰਗ ਸਾਧ ਸੰਗਤ ਵਿੱਚ ਜਾ ਕੇ ਹਰੀ ਨਾਮ ਅੰਮ੍ਰਿਤ ਨੂੰ ਪੀਓ ਸਾਰੇ ਜਾਣੇ। ਵਾਹਿਗੁਰੂ ਦੇ ਕੀਰਤਨ ਵਿੱਚ ਰੰਗ ਹੁੰਦਾ, ਪ੍ਰੇਮ ਕਰਕੇ ਮਨ ਤ੍ਰਿਪਤ ਹੁੰਦਾ। ਔਰ ਜਿਹੜੀ ਮਿੱਠੀ ਬੋਲੀ ਬੋਲਣੀ ਹੈ, ਇਹਦੇ ਨਾਲ ਹੀ ਸਾਰਿਆਂ ਨੂੰ ਪ੍ਰਸੰਨਤਾ ਹੁੰਦੀ ਹੈ। ਕੋਮਲ ਬਾਣੀ ਸਭ ਕੋ ਸੰਤੋਖ ਹੈ, ਪੰਚ ਭੂ ਆਤਮਾ ਹਰ ਨਾਮ ਰਸ ਪੋਖ ਹੈ। ਕੋਮਲ ਬਾਣੀ ਬੋਲ ਕੇ ਸਭਨਾਂ ਨੂੰ ਸੰਤੁਸ਼ਟ ਕਰੇ, ਪ੍ਰਸੰਨ ਕਰੇ, ਮਿੱਠਾ ਬੋਲੇ, ਨਿਮ ਚੱਲੇ। अथवा कोमल गुरु की बाणी ये पढ़ पढ़ के सारिਆਂ ਨੂੰ संतुष्ट करे, प्रसन्न करे। कीर्तन द्वारा, कथा द्वारा, बाणी द्वारा पाठी सिंह प्यार नाल पाठ करे। पंजां भूतां दी, पंजां तत्तां दी सतो गुण अंश ਤੋਂ उत्पन्न होया जो आत्मा मन है, ਉਹਨੂੰ हरि नाम रस विच पोखा हुंदा, पुष्ट करे, प्रसन्न करे। पंच भू आत्मा हर नाम रस पोखा की है? ਪੰਜਾਂ ਭੂਤਾਂ ਦੀ, ਭਾਵ ਭੂਤ ਇੱਥੇ ਤੱਤਾਂ ਨੂੰ ਕਿਹਾ, ਪੰਜਾਂ ਤੱਤਾਂ ਦੀ ਸਤੋ ਗੁਣ ਅੰਸ਼ ਤੋਂ ਉਤਪੰਨ ਹੋਇਆ ਜੋ ਆਤਮਾ ਹੈ, ਮਨ ਹੈ, ਉਹਨੂੰ ਹਰੀ ਨਾਮ ਰਸ ਕਰਕੇ ਪੋਖੈ, ਪੁਸ਼ਟ ਅਰਥਾਤ ਪ੍ਰਸੰਨ ਕਰੇ। ਗੁਰ ਪੂਰੇ ਤੇ ਇਹ ਨਿਹਚੋ ਪਾਈਐ, ਨਾਨਕ ਰਾਮ ਰਮਤ ਫਿਰ ਜੋਨ ਨਾ ਆਈਐ। ਪਰ ਇਹ ਨਿਹਚਾ ਪੂਰਨ ਗੁਰਾਂ ਤੋਂ ਪ੍ਰਾਪਤ ਹੁੰਦਾ ਹੈ। ਸਤਿਗੁਰੂ ਕਥਨ ਕਰਦੇ ਨੇ ਵਾਹਿਗੁਰੂ ਨਾਮ ਦੇ, ਰਾਮ ਨਾਮ ਦੇ, ਅੱਲਾ ਦੇ ਨਾਮ ਦੇ ਰਮਤ ਉਚਾਰਨ ਕਰਕੇ ਫਿਰ ਮੁੜ ਕੇ ਜੋਨੀਆਂ 'ਚ ਨਹੀਂ ਆਉਂਦਾ। ਹਰੇਕ ਧਰਮ ਵਿੱਚ ਆਪੋ ਆਪਣਾ ਅਧਿਕਾਰ ਹੈ ਨਾਮ ਦਾ। ਗੁਰ ਮੰਤਰ ਮਿਲਿਆ ਹਰੇਕ ਨੂੰ, ਜਿਹਨੇ ਜਿਹੜਾ ਮੰਤਰ ਲਿਆ ਹੋਵੇ ਪਰਮੇਸ਼ਰ ਦਾ, ਬਸ ਪਰਮੇਸ਼ਰ ਦਾ ਨਾਮ ਹਰ ਧਰਮ ਵਿੱਚ ਹਰ ਮਨੁੱਖ ਜਪ ਕੇ ਪਰਮੇਸ਼ਰ ਦੀ ਪ੍ਰਾਪਤੀ ਕਰ ਸਕਦਾ ਹੈ। ਸਾਰੇ ਜਾਣੇ ਉਸ ਪਰਮਾਤਮਾ ਵੱਲ ਧਿਆਨ ਦਿਓ। ਸਾਰੇ ਦੁਨੀਆ ਭਰ ਦੇ ਸਾਰੇ ਧਰਮਾਂ ਦੇ ਮਨੁੱਖਾਂ ਨੂੰ ਸਤਿਗੁਰੂ ਸਾਂਝਾ ਉਪਦੇਸ਼ ਕਰਦੇ ਨੇ ਭਈ ਬਸ ਇੱਕ ਪਰਮਾਤਮਾ ਨਾਲ ਜੁੜੇ ਬਿਨਾਂ ਕਿਸੇ ਦਾ ਕਲਿਆਣ ਨਹੀਂ ਹੋਣਾ। चाहे वो कोई भी है, हिंदू है, सिख है, मुसलमान है, ईसाई है, जैनी है, बोधी है, कोई भी है, नाम सब नूं जपण दा हुक्म है। इस करके हरेक मनुख आपो अपने धर्म के मुताबिक रहत रखदा होया अपने धर्म की परिपक्वता करे अते नाम जपे। सतगुरु कहंदे वो सारियां दा भला होना है जो एक टक परमात्मा वल ध्यान दे के परमात्मा दा नाम बख्शिश कीता होया जपे ते सारा उपदेश ध्यान नाल सुनो। ध्यान नाल सुन के ਇਹਦੇ ਉੱਤੇ ਚੱਲੋ। ਇਹਦੀ ਕਮਾਈ ਕਰਨੇ ਕਰਕੇ ਮਨ ਦੀ ਇਕਾਗਰਤਾ ਟਿਕਾਓ। ਸਤਿਗੁਰੂ ਬਖਸ਼ਿਸ਼ ਕਰਨਗੇ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਆਓ ਸਿਮਰਨ ਕਰੀਏ। ਸਤਿਗੁਰੂ ਹੋਰ ਬਖਸ਼ਿਸ਼ਾਂ ਫਿਰ ਕੱਲ ਕਰਨਗੇ। ਵਾਹਿਗੁਰੂ 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 ਵਾਹਿਗੁਰੂ